संत साजन पै सरसे, पूरे गुर ते जानी। सुनते पुनीत कहते पवित, सतगुर रहया भरपूरे। बिनवंत नानक गुर चरण लागे, वाजे अनहद तूरे। बिनवंत नानक गुर चरण लागे, वाजे अनहद तूरे। सुखो टल गुर सेविय ऐनस सहज सुभाए। दर्शन परसिय गुरु कै, जन्म मरण दुख जाए। है सिफत खसमधि, नोर अरसों कुरसों चटिया। डिठे सच्चे पातिशाह, मार जन्म जन्म दी कटिया। सच्चा पातिशाह, सिर दे साहो। पास बैठया सोहिए, सबना दा वेसाहो। पास बैठया सोहिए, सबना दा वेसाहो। सतनाम श्री वाहिगुरु साहिब जीओ। सोरठ महला पहला, पंच पदे। अपना घर मोस्त राख ना सकै, की पर घर जोहन लागा। घर दर राखे जे रस चाखै, जो गुरमुख सेवक लागा। मन रे समझ कौन मत लागा। नाम विसार अन रस लोभाने, फिर पछताए अभागा। अपना घर मूस्त राख ना सकै, की पर घर जोहन लागा। वाहिगुरु जी का खालसा, वाहिगुरु जी की फतेह। साहिब सतगुरु गुरु ग्रंथ साहिब पातशाह जी की पवित्र पावन हजूरी अंदर आप संगतां ने बैठ करके 10वें पातशाह महाराज साहब जियां दे बचन कमाए ने। महाराज साहब जी दे बचन ने अपने मुख तो सब सिखन को हुक्म है, गुरु मान्यो ग्रंथ। साहिब गुरु ग्रंथ साहिब पातशाह जी नूं गुरु मनदियां होया 10वें पातशाह महाराज जियां दे ये शब्द ये बचन कमाउंदियां होया आप संगतां अमृत वेले तो गुरु दरबार विच बैठ के सतगुरां दी अगम्मी बाणी, निरंकारी बाणी, मुक्ति देण वाली सतगुरां दी ये बाणी कीर्तन दे रूप दे अंदर, नितनेम दे रूप दे अंदर आप संगतां ने सरवण कीती है। इस वेले इस बाणी दी कथा विचार आपां सरवण करन वास्ते प्राप्त होए हैं। सतगुरां दे मुख दे बचन हन सब ते उत्तम हर की कथा। गुरु ग्रंथ साहिब दे विच एक कारज, एक काम ऐसा है जिन्हों उत्तम लिखिया है। इस काम तो बिना होर किसी काम नूं उत्तम नहीं लिखिया महाराज ने। ते वो किहड़ा काम है? हर की कथा, परमेश्वर दी विचार, उहदे स्वरूप दी विचार। साहिब गुरु ग्रंथ साहिब पातशाह दी बाणी दे विचों ये सानू प्राप्त हो रही है। आओ अपने मन दे ध्यान नूं टकाइए।
ਭਾਵਨਾ ਸ਼ਰਧਾ ਦੇ ਨਾਲ ਸਤਿਗੁਰਾਂ ਦੀ ਗੁਰਬਾਣੀ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਪਹਿਲਾ ਪੰਚ ਪਦੇ। ਸੋਰਠ ਰਾਗ ਦਾ ਇਹ ਸ਼ਬਦ ਆਪਾਂ ਸਰਵਣ ਕਰ ਰਹੇ ਹਾਂ। ਪੰਜ ਪਦੇ ਮਹਾਰਾਜ ਜੀਆਂ ਨੇ 5 ਪੌੜੀਆਂ ਇਸ ਸ਼ਬਦ ਦੀਆਂ ਲਿਖੀਆਂ ਨੇ। ਮਰਿਆਦਾ ਹੈ ਗੁਰਬਾਣੀ ਲਿਖਣ ਦੀ, ਗੁਰੂ ਘਰ ਦੀ, ਵੀ ਜਿਹੜਾ ਕਾਰਜ ਜਿਹੜਾ ਸ਼ਬਦ ਆਪਾਂ ਬੋਲ ਰਹੇ ਹਾਂ, ਪੜ੍ਹ ਰਹੇ ਹਾਂ, ਲਿਖ ਰਹੇ ਹਾਂ, ਉਹ ਸ਼ਬਦ ਕਿੰਨੀਆਂ ਪੌੜੀਆਂ ਦਾ ਹੋਵੇਗਾ, ਉਹ ਸ਼ਬਦ ਦੀ ਚਾਲ ਕੀ ਹੋਵੇਗੀ, ਉਹ ਸ਼ਬਦ ਦਾ ਰਾਗ ਕੀ ਹੋਵੇਗਾ। ਇਸ ਮਰਿਆਦਾ ਪਰੰਪਰਾ ਦੇ ਮੁਤਾਬਕ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਇਹ ਸ਼ਬਦ ਹੈ। ਪੰਜ ਪਦਾ ਤੋਂ ਭਾਵ ਹੈ 5 ਪੌੜੀਆਂ। ਪੰਜ ਪਦੇ ਨੇ ਇਸ ਸ਼ਬਦ ਦੇ। 5 ਪੌੜੀਆਂ ਵਾਲਾ ਇਹ ਸ਼ਬਦ ਮਹਾਰਾਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰਦੇ ਹਨ। ਆਪਣਾ ਘਰ ਮੋਸਤ ਰਾਖ ਨਾ ਸਕੈ। ਗੁਰੂ ਪਾਤਸ਼ਾਹ ਫਰਮਾਉਂਦੇ, ਕਹਿਣ ਲੱਗੇ ਵੀ ਆਪਣਾ ਜਿਹੜਾ ਘਰ ਹੈ ਨਾ, ਸਰੀਰ ਘਰ, ਇਸ ਦੇ ਵਿੱਚੋਂ ਜਿਹੜੇ ਸ਼ੁਭ ਗੁਣ ਨੇ, ਸਤ, ਸੰਤੋਖ, ਦਇਆ, ਧਰਮ, ਇਹ ਸ਼ੁਭ ਗੁਣ ਹਨ। ਇਹ ਮੂਸਤ ਕਹੀਏ, ਇਹ ਲੁੱਟੇ ਜਾ ਰਹੇ ਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਸ਼ੁਭ ਗੁਣਾਂ ਨੂੰ ਲੁੱਟ ਰਹੇ ਨੇ। ਤੇਰੇ ਘਰ ਦੇ ਅੰਦਰ, ਤੇਰੇ ਹਿਰਦੇ ਵਿੱਚ ਜਿਹੜੇ ਸ਼ੁਭ ਗੁਣ ਨੇ ਨਾ, ਸਤ, ਸੰਤੋਖ, ਦਇਆ, ਧਰਮ, ਭਲਾ ਕਰਨਾ, ਨਾਮ ਜਪਣਾ, ਸਿਮਰਨ ਕਰਨਾ, ਇਹ ਨੇ ਸ਼ੁਭ ਗੁਣ। ਪਰ ਇਹ ਤੇਰੇ ਲੁੱਟੇ ਜਾ ਰਹੇ ਨੇ। ਹੁਣ ਕਿਸੇ ਘਰ ਵਿੱਚ ਮੰਨ ਲਓ ਚੋਰ ਪੈ ਜਾਣ, ਤੇ ਚੋਰ ਸੰਨ ਲਾ ਕੇ ਕਿਸੇ ਚੀਜ਼ ਨੂੰ ਲੁੱਟਦੇ ਪਏ ਹੋਣ, ਤੇ ਘਰ ਦਾ ਮਾਲਕ ਫਿਕਰ ਹੀ ਨਾ ਕਰੇ ਵੀ ਕੋਈ ਗੱਲ ਨਹੀਂ, ਤੇ ਫਿਰ ਚੋਰ ਤੇ ਘਰ ਸਾਫ਼ ਕਰ ਜਾਣਗੇ ਨਾ। ਉਹਨਾਂ ਚੋਰਾਂ ਨੂੰ ਭਜਾਉਣ ਵਾਸਤੇ ਉਹਨਾਂ ਦੇ ਮਗਰ ਲੱਗਣਾ ਪੈਣਾ, ਉਹਨਾਂ ਨੂੰ ਭਜਾਉਣਾ ਪੈਣਾ, ਉਹਨਾਂ ਨੂੰ ਡੰਡੇ ਦੇ ਨਾਲ ਡਰ ਦੇਣਾ ਪੈਣਾ। ਸਤਿਗੁਰੂ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਜਦੋਂ ਵਕਾਰ ਤੇਰੇ ਚੋਰਾਂ ਨੂੰ, ਤੇਰੇ ਗੁਣਾਂ ਨੂੰ ਲੁੱਟਦੇ ਨੇ, ਕਾਮ ਆ ਗਿਆ, ਉਹਨੇ ਤੇਰੀ ਭਗਤੀ ਨੂੰ ਲੁੱਟ ਲਿਆ। ਮਹਾਰਾਜ ਕਹਿਣ ਲੱਗੇ ਇਹ ਜਿਹੜਾ ਕਾਮ ਹੈ ਨਾ, ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਨ। ਨਰਕਾਂ ਤੋਂ ਬਚਣਾ, ਉਹਦੇ ਵਾਸਤੇ ਤੈਨੂੰ ਬੰਦਗੀ ਕਰਨੀ ਪਵੇਗੀ, ਸਿਮਰਨ ਕਰਨਾ ਪਵੇਗਾ, ਨਾਮ ਜਪਣਾ ਪਵੇਗਾ, ਸੇਵਾ ਕਰਨੀ ਪਵੇਗੀ। ਪਰ ਇੰਨਾ ਕੁਝ ਕਰਕੇ ਤੂੰ ਇਕੱਠਾ ਤੇ ਕਰ ਲਿਆ ਖਜ਼ਾਨਾ, ਤੇ ਬਾਅਦ ਵਿੱਚ ਕਾਮ ਦੀ ਬਿਰਤੀ ਆ ਗਈ, ਕਾਮ ਦੀ ਵਾਸ਼ਨਾ ਆ ਗਈ। ਮਹਾਰਾਜ ਕਹਿਣ ਲੱਗੇ ਉਹ ਕਾਮ ਦਾ ਚੋਰ ਇਹੋ ਜਿਹਾ, ਉਹਨੇ ਤੇਰੇ ਸਾਰੇ ਸ਼ੁਭ ਗੁਣਾਂ ਨੂੰ ਖਾ ਲਿਆ। ਸ਼ੁਭ ਗੁਣ ਖਤਮ ਹੋ ਗਏ। ਕਿੱਥੇ ਤੂੰ ਮੁਕਤ ਹੋਣਾ ਸੀ, ਕਿੱਥੇ ਹੁਣ ਤੂੰ ਨਰਕਾਂ ਨੂੰ ਤੁਰਿਆ ਜਾਂਦਾ। ਹੇ ਕਾਮੰ ਨਰਕ ਬਿਸਰਾਮ, ਨਰਕਾਂ ਵਿੱਚ ਟਿਕਾਣਾ ਕਾਮ ਨੇ ਕਰਵਾ ਦਿੱਤਾ। ਕਿੱਥੇ ਕਿ ਚੰਗੇ ਗੁਣਾਂ ਨੇ ਮੁਕਤ ਕਰਾਉਣਾ ਸੀ, ਪਰ ਤੂੰ ਚੰਗੇ ਗੁਣ ਤੇ ਆਪਣੇ ਖਵਾ ਦਿੱਤੇ ਕਾਮ ਨੂੰ। ਜਿਵੇਂ ਚੋਰ ਨੇ ਤੇਰੇ ਘਰ ਵਿੱਚੋਂ ਸੋਨਾ ਲੁੱਟ ਲਿਆ, ਚਾਂਦੀ ਲੁੱਟ ਲਈ ਹੈ, ਮਾਇਆ ਲੁੱਟ ਲਈ ਹੈ, ਬਿਸਤਰੇ ਤੇਰੇ ਲੈ ਗਿਆ, ਗਹਿਣੇ ਤੇਰੇ ਲੈ ਗਿਆ। ਕਿੱਥੇ ਕੱਲ ਤੂੰ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਸਰਦਾਰ ਹਾਂ, ਮੈਂ ਚੌਧਰੀ ਹਾਂ, ਮੈਂ ਧਨਾੜ ਹਾਂ, ਮੈਂ ਮਾਇਆ ਵਾਲਾ। ਰਾਤੋਂ ਰਾਤ ਚੋਰ ਨੇ ਇਹੋ ਜਿਹਾ ਹੱਥ ਘਰ 'ਤੇ ਸਾਫ਼ ਕੀਤਾ, ਅੱਜ ਨਾ ਉਹ ਸਰਦਾਰ ਰਹਿ ਗਿਆ, ਨਾ ਚੌਧਰੀ ਰਹਿ ਗਿਆ, ਨਾ ਮਾਇਆ ਵਾਲਾ ਰਹਿ ਗਿਆ। ਅੱਜ ਤੇ ਉਹ ਬਿਲਕੁਲ ਮੰਗਤਾ ਰਹਿ ਗਿਆ, ਸਭ ਕੁਝ ਚੋਰ ਹੀ ਲੁੱਟ ਕੇ ਲੈ ਗਿਆ। ਕੱਲ ਤੱਕ ਉਹ ਸਰਦਾਰ ਸੀ, ਰਾਤ ਨੂੰ ਚੋਰਾਂ ਨੇ ਹੌਲਿਆਂ ਕਰ ਦਿੱਤਾ, ਗਰੀਬ ਕਰ ਦਿੱਤਾ। ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਤੇਰੇ ਸਰੀਰ ਦੇ ਅੰਦਰ ਸ਼ੁਭ ਗੁਣ ਨੇ, ਜਿਹੜੇ ਸੋਨੇ ਤੇ ਚਾਂਦੀ ਦੇ ਵਾਂਗ ਬੜੇ ਕੀਮਤੀ ਨੇ, ਹੀਰਿਆਂ ਦੇ ਵਾਂਗ ਬੜੇ ਅਮੋਲਕ ਗੁਣ ਨੇ ਤੇਰੇ ਕੋਲ ਪਰਮਾਤਮਾ ਨੇ ਦਿੱਤੇ ਹੋਏ। ਪਰ ਤੂੰ ਫਿਕਰ ਨਹੀਂ ਕੀਤੀ, ਕਾਮ ਰੂਪੀ ਚੋਰ ਨੇ ਉਹ ਸਾਰੇ ਤੇਰੇ ਸ਼ੁਭ ਗੁਣ ਚੁਰਾ ਲਏ। ਹੁਣ ਤੂੰ ਖਾਲੀ ਹੋ ਗਿਆ। ਆਪਣਾ ਘਰ ਮੂਸਤ ਰਾਖ ਨਾ ਸਕੈ, ਤੇਰਾ ਆਪਣਾ ਘਰ ਲੁੱਟਿਆ ਜਾ ਰਿਹਾ, ਤੂੰ ਚੋਰਾਂ ਤੋਂ ਬਚਾਉਂਦਾ ਕਿਉਂ ਨਹੀਂ। ਕਾਮ ਨੇ ਪਿੱਛਾ ਛੱਡਿਆ, ਫਿਰ ਮੋਹ ਆ ਗਿਆ। ਮੋਹ ਦੇ ਵਿੱਚ ਪੈ ਕੇ ਨਾ ਕੰਮ ਕੀ ਕਰਨ ਵਾਲੇ ਵੀ ਕੰਮ ਕੀਤੇ। ਕਦੇ ਲੋਭ ਆ ਗਿਆ। ਲੋਭ ਤੇ ਇਹੋ ਜਿਹਾ ਮਾੜਾ ਹੈ, ਬੰਦਾ ਧਾਰਮਿਕ ਸਥਾਨ ਨੂੰ ਵੀ ਛੱਡਦਾ ਨਹੀਂ। ਆਪਾਂ ਵੇਖਦੇ ਹਾਂ ਨਾ ਅਖਬਾਰਾਂ ਦੇ ਵਿੱਚ ਖਬਰਾਂ ਆਉਂਦੀਆਂ, ਮੰਦਰ ਦੀ ਕੋਈ ਗੋਲਕ ਚੁੱਕ ਕੇ ਲੈ ਗਿਆ, ਕੋਈ ਗੁਰਦੁਆਰੇ ਦੀ ਗੋਲਕ ਚੁੱਕ ਕੇ ਲੈ ਗਿਆ, ਕੋਈ ਮੂਰਤੀ ਚੁੱਕ ਕੇ ਲੈ ਗਿਆ, ਕੋਈ ਕੀਮਤੀ ਸਮਾਨ ਚੁੱਕ ਕੇ ਲੈ ਗਿਆ।
ਲੋਭ ਇਹੋ ਜਿਹਾ ਪ੍ਰਬਲ ਹੈ, ਇਹੋ ਜਿਹਾ ਬਲ ਵਾਲਾ ਹੈ, ਧਾਰਮਿਕ ਸਥਾਨ ਨੂੰ ਵੀ ਛੱਡਿਆ ਨਹੀਂ। ਤੇ ਵਿਦਵਾਨ ਜਨ ਕਹਿੰਦੇ ਨੇ ਜੰਗਲ ਨੂੰ ਅੱਗ ਲੱਗ ਜਾਵੇ ਨਾ ਤੇ ਬੰਦਾ ਛਾਲ ਮਾਰ ਕੇ ਪਾਣੀ ਦੇ ਤਲਾਬ ਦੇ ਵਿੱਚ ਵੜ ਜਾਂਦਾ। ਪਾਣੀ ਦਾ ਸਰੋਵਰ ਹੋਵੇ ਨਾ ਤੇ ਘਰ ਨੂੰ ਅੱਗ ਲੱਗੇ ਜਾਂ ਜੰਗਲ ਨੂੰ ਅੱਗ ਲੱਗੇ ਤੇ ਬੰਦਾ ਛਾਲ ਮਾਰ ਕੇ ਪਾਣੀ ਵਿੱਚ ਵੜਦਾ। ਕਿਉਂ? ਪਤਾ ਵੀ ਪਾਣੀ ਮੈਨੂੰ ਬਚਾਵੇਗਾ ਅੱਗ ਦੇ ਸੇਕ ਤੋਂ। ਪਰ ਕਹਿਣ ਲੱਗੇ ਰੱਬ ਨਾ ਕਰੇ ਜੇ ਪਾਣੀ ਨੂੰ ਅੱਗ ਲੱਗ ਗਈ ਫਿਰ ਕੀ ਕਰੇਗਾ? ਜੰਗਲ ਤੋਂ ਭੱਜਿਆ, ਘਰ ਤੋਂ ਭੱਜਿਆ ਬਚਣ ਵਾਸਤੇ, ਅੱਗ ਸਾੜੇ ਨਾ ਤੇ ਪਾਣੀ 'ਚ ਛਾਲ ਮਾਰ ਲਈ ਹੈ, ਪਾਣੀ ਬਚਾਵੇਗਾ। ਜੇ ਪਾਣੀ ਨੂੰ ਅੱਗ ਲੱਗ ਗਈ ਕਿੱਧਰ ਨੂੰ ਜਾਵੇਗਾ? ਦੁਨੀਆ ਵਿੱਚ ਬੰਦਾ ਪਾਪ ਕਰਦਾ ਹੈ, ਕੁਕਰਮ ਕਰਦਾ ਹੈ, ਗੁਨਾਹ ਕਰਦਾ ਹੈ, ਆਉਂਦਾ ਗੁਰਦੁਆਰੇ, ਆਉਂਦਾ ਮੰਦਰ ਵਿੱਚ, ਆਉਂਦਾ ਮਸਜਿਦ ਵਿੱਚ, ਕਦੇ ਖੁਦਾ ਦੇ ਅੱਗੇ, ਕਦੇ ਭਗਵਾਨ ਦੇ ਅੱਗੇ, ਕਦੇ ਗੁਰੂ ਦੇ ਅੱਗੇ ਫਰਿਆਦ ਕਰਦਾ, ਮੇਰੇ ਕੋਲੋਂ ਇਹ ਗਲਤੀ ਹੋ ਗਈ, ਮਾफ़ ਕਰ ਦਿਓ। ਜੰਗਲ ਨੂੰ ਅੱਗ ਲੱਗੀ, ਪਾਣੀ ਵਿੱਚ ਛਾਲ ਮਾਰੀ, ਬਚ ਗਿਆ। ਦੁਨੀਆ 'ਚ ਪਾਪ ਕੀਤਾ, ਧਾਰਮਿਕ ਸਥਾਨ 'ਤੇ ਆ ਕੇ ਮਾफ़ੀ ਮੰਗੀ, ਕੋਈ ਛੁਟਕਾਰਾ ਹੋ ਗਿਆ। ਪਰ ਗੁਰਮੁਖੋ ਜੇ ਧਾਰਮਿਕ ਸਥਾਨ 'ਤੇ ਹੀ ਆ ਕੇ ਗਲਤ ਕੰਮ ਕਰ ਲਵੇ ਤੇ ਮਾफ़ੀ ਕਿੱਥੇ ਮਿਲੇਗੀ? ਪਾਣੀ ਨੂੰ ਅੱਗ ਲੱਗੀ, ਬਚੇਗਾ ਕਿੱਥੇ? ਇਸੇ ਤਰ੍ਹਾਂ ਧਾਰਮਿਕ ਸਥਾਨ 'ਤੇ ਕੁਕਰਮ ਕੀਤਾ, ਬਚੇਗਾ ਕਿੱਥੇ? ਮਹਾਰਾਜ ਕਹਿਣ ਲੱਗੇ ਲੋਭ ਇਹੋ ਜਿਹਾ ਪ੍ਰਬਲ ਹੈ, ਇਹੋ ਜਿਹਾ ਬਲ ਵਾਲਾ ਬੰਦੇ ਦੇ ਉੱਪਰ ਜ਼ੋਰ ਪਾਉਂਦਾ ਹੈ। ਇਹ ਦੁਨੀਆ ਨੂੰ ਤੇ ਲੁੱਟਦਾ ਹੀ ਹੈ, ਮਾਂ ਬਾਪ ਨੂੰ ਵੀ ਲੁੱਟ ਲੈਂਦਾ। ਅਖਬਾਰਾਂ ਦੀਆਂ ਖਬਰਾਂ ਇਹ ਗੱਲ ਕਹਿੰਦੀਆਂ ਕਿ ਲੋਭ ਦੇ ਵਸ ਆ ਕੇ ਬੱਚੇ ਨੇ ਮਾਂ ਦਾ, ਬਾਪ ਦਾ ਕਤਲ ਕਰ ਦਿੱਤਾ। ਜਿਨ੍ਹਾਂ ਨੇ ਜਨਮਿਆ ਹੈ, ਜਿਨ੍ਹਾਂ ਨੇ ਦੁਨੀਆ 'ਤੇ ਲੈ ਕੇ ਆਂਦਾ, ਲੋਭ ਉਹਨਾਂ ਨੂੰ ਵੀ ਛੱਡਣ ਵਾਸਤੇ ਤਿਆਰ ਨਹੀਂ ਹੈ। ਇਹ ਨੇ ਚੋਰ ਜਿਹੜੇ ਤੈਨੂੰ ਲੱਗੇ ਹੋਏ ਲੁੱਟਣ ਵਾਸਤੇ। ਤੇ ਅਗਲਾ ਸਭ ਤੋਂ ਵੱਡਾ ਚੋਰ ਲੱਗਾ ਹੰਕਾਰ ਦਾ। ਮੇਰੇ ਵਰਗਾ ਤੇ ਹੈ ਹੀ ਕੋਈ ਨਹੀਂ। ਹੰਕਾਰ ਦੇ ਚੋਰ ਨੇ ਤੈਨੂੰ ਇੰਨਾ ਉੱਚਾ ਬਣਾ ਦਿੱਤਾ, ਜਦੋਂ ਬੰਦਾ ਇਹ ਆਖੇ ਨਾ ਵੀ ਮੈਂ ਮੁਕੰਮਲ ਤੌਰ 'ਤੇ ਪੂਰਾ ਹਾਂ, ਮੇਰੇ ਵਿੱਚ ਘਾਟ ਹੀ ਕੋਈ ਨਹੀਂ ਹੈਗੀ, ਉਦੋਂ ਫਿਰ ਬੰਦਾ ਗੁਣ ਕਿਸੇ ਕੋਲੋਂ ਲੈਂਦਾ ਨਹੀਂ ਹੈ। ਗੁਣ ਉਦੋਂ ਮਿਲਣਾ ਜਦੋਂ ਤੈਨੂੰ ਇਹ ਸਮਝ ਆ ਗਈ ਵੀ ਇਹ ਮੇਰੇ ਵਿੱਚ ਨਹੀਂ ਹੈ। ਅਸੀਂ ਆਖ ਦਿੰਦੇ ਹਾਂ ਸਿੱਖ। ਸਿੱਖ ਕਿਉਂ ਕਹਿੰਦੇ ਹਾਂ? ਸਿੱਖ ਦਾ ਮਤਲਬ ਕੀ ਹੈ? ਸਿੱਖ ਦਾ ਮਤਲਬ ਹੈ ਸਿੱਖਿਆ ਲੈਣ ਵਾਲਾ, ਹਲੇ ਸਿੱਖਿਆ ਲੈਂਦਾ ਪਿਆ। ਜਾਂ ਆਪਾਂ ਜਿਵੇਂ ਕਹਿ ਦਈਏ ਵਿਦਿਆਰਥੀ। ਵਿਦਿਆਰਥੀ ਤੋਂ ਭਾਵ ਕੀ ਹੁੰਦਾ? ਵਿਦਿਆ ਲੈਣ ਵਾਲਾ। ਤੇ ਜੇ ਉਹ ਪਹਿਲਾਂ ਹੀ ਆਖਿਆ ਵੀ ਮੈਂ ਤੇ ਪਹਿਲਾਂ ਹੀ ਪ੍ਰੋਫੈਸਰ ਬਣਿਆ, ਮੈਨੂੰ ਵਿਦਿਆ ਦੀ ਕੀ ਲੋੜ ਹੈ, ਤੇ ਫਿਰ ਉਹ ਕੁਝ ਲੈ ਨਹੀਂ ਨਾ ਸਕੇਗਾ, ਫਿਰ ਸਗੋਂ ਕਿੰਤੂ ਕਰੇਗਾ, ਸ਼ੰਕਾ ਕਰੇਗਾ। ਵਿਦਿਆਰਥੀ ਤੋਂ ਭਾਵ ਹੈ ਵਿਦਿਆ ਦੇ ਰਸਤੇ ਚੜ੍ਹਨ ਵਾਲਾ, ਵਿਦਿਆ ਨੂੰ ਲੈਣ ਵਾਲਾ। ਸਿੱਖ ਤੋਂ ਭਾਵ ਹੈ ਸਿੱਖਿਆ ਲੈਣ ਵਾਲਾ। ਤੇ ਜੇ ਸਿੱਖ ਆਖੇ ਵੀ ਮੈਨੂੰ ਤੇ ਸਿੱਖਿਆ ਦੀ ਲੋੜ ਹੀ ਕੋਈ ਨਹੀਂ ਹੈ, ਮੈਂ ਤੇ ਪਹਿਲਾਂ ਹੀ ਮੁਕੰਮਲ ਹੋ ਗਿਆ, ਤੇ ਫਿਰ ਸਿੱਖਿਆ ਨਹੀਂ ਨਾ ਮਿਲੇਗੀ। ਜਾਂ ਕਈ ਵਾਰੀ ਕੀ ਹੁੰਦਾ ਵੀ ਸਾਡੇ ਕੋਲ ਗੁਣ ਨਹੀਂ ਹੁੰਦਾ, ਪਰ ਅਸੀਂ ਦੁਨੀਆ ਨੂੰ ਦੱਸਣਾ ਵੀ ਨਹੀਂ ਚਾਹੁੰਦੇ ਵੀ ਮੇਰੇ ਕੋਲ ਆ ਗੁਣ ਨਹੀਂ ਹੈਗਾ, ਜਾਂ ਮੈਂ ਕਿਸੇ ਵੇਲੇ ਵੇਖ ਕੇ ਸਿੱਖ ਲਵਾਂ ਜਾਂ ਕਿਸੇ ਤੋਂ ਲੈ ਲਵਾਂ। ਨਹੀਂ, ਜਦੋਂ ਮੈਂ ਕਿਸੇ ਨੂੰ ਜਾ ਕੇ ਆਖਾਂਗਾ ਨਾ ਵੀ ਮੇਰੇ ਕੋਲ ਆ ਗੁਣ ਹੈ ਨਹੀਂ, ਜਾਂ ਮੈਨੂੰ ਆ ਅਕਲ ਮਤ ਹੈ ਨਹੀਂ, ਮੈਨੂੰ ਦੇ ਦਿਓ, ਸਾਡੇ ਮਨ ਵਿੱਚ ਵਿਚਾਰ ਇਹ ਆ ਜਾਣੀ ਹੈ ਕਿ ਮੈਂ ਉਹਦੇ ਸਾਹਮਣੇ ਛੋਟਾ ਪੈ ਜਾਵਾਂਗਾ, ਮੈਂ ਨੀਵਾਂ ਹੋ ਜਾਵਾਂ। ਜਦੋਂ ਬਿਰਤੀ ਇਹ ਬਣ ਗਈ ਵੀ ਮੈਂ ਕਿਸੇ ਤੋਂ ਮੰਗਾਂਗਾ ਤੇ ਨੀਵਾਂ ਹੋ ਜਾਵਾਂਗਾ, ਫਿਰ ਤੂੰ ਕਿਸੇ ਤੋਂ ਸਿੱਖ ਨਹੀਂ ਸਕਦਾ, ਕਿਸੇ ਤੋਂ ਲੈ ਨਹੀਂ ਸਕਦਾ। ਕਹਿਣ ਲੱਗੇ ਕਿ ਕੋਈ ਭਾਈ ਆਪਣੀ ਭੈਣ ਨੂੰ ਮਿਲਣ ਵਾਸਤੇ ਚਲਾ ਗਿਆ ਉਹਦੇ ਸਹੁਰੇ ਘਰ। ਜਦੋਂ ਮਿਲਣ ਵਾਸਤੇ ਗਿਆ, ਭੈਣ ਦੇ ਮਨ ਵਿੱਚ ਵਿਚਾਰ ਆਈ ਵੀ ਇਹਦੇ ਵਾਸਤੇ ਸੋਹਣੇ ਚੌਲ ਜਿਹੜੇ ਨੇ ਜਾਂ ਖੀਰ ਜਿਹੜੀ ਹੈ ਨਾ ਬਣਾਈ ਜਾਵੇ, ਮੇਰਾ ਭਰਾ ਆ ਗਿਆ, ਇਹਨੂੰ ਖਵਾ ਦੇਵਾਂ। ਪਰ ਹੁਣ ਗੱਲ ਹੁਣ ਇਹ ਹੈ ਵੀ ਉਹਨੂੰ ਬਣਾਉਣਾ ਨਹੀਂ ਆਉਂਦਾ, ਸਿੱਖਿਆ ਨਹੀਂ ਨਾ, ਮਾਂ ਬਾਪ ਦੇ ਘਰ ਵਿੱਚ ਨਹੀਂ ਸਿੱਖਿਆ। ਉਦੋਂ ਆਖ ਛੱਡਿਆ ਵੀ ਮੈਂ ਹੀ ਹਾਂ, ਮੈਨੂੰ ਸਭ ਪਤਾ, ਮੈਨੂੰ ਲੋੜ ਹੀ ਕੋਈ ਨਹੀਂ। ਪਰ ਅੱਜ ਲੋੜ ਪੈ ਗਈ ਹੈ, ਹੁਣ ਚੌਲ ਬਣਾਵਾਂ ਤੇ ਕਿਵੇਂ ਬਣਾਵਾਂ ਪਤਾ ਨਹੀਂ ਹੈ। ਮਨ ਵਿੱਚ ਵਿਚਾਰ ਆਈ ਮੈਂ ਕਿਸੇ ਵੱਡੇ ਤੋਂ, ਚਾਚੀ ਤੋਂ, ਕਿਸੇ ਗੁਆਂਢਣ ਤੋਂ ਪੁੱਛ ਲਵਾਂ, ਮੈਨੂੰ ਦੱਸ ਦੇਵੇ, ਮੈਂ ਬਣਾ ਲਵਾਂ। ਚਲੇਗੀ ਉਹਦੇ ਕੋਲ। ਹੁਣ ਜਾ ਕੇ ਉੱਥੇ ਇਹ ਵੀ ਨਹੀਂ ਦੱਸਣਾ ਵੀ ਮੈਨੂੰ ਆਉਂਦਾ ਨਹੀਂ, ਤੇ ਪੁੱਛਣਾ ਵੀ ਹੈ ਵੀ ਮੈਨੂੰ ਪਤਾ ਲੱਗੇ ਮੈਂ ਬਣਾਉਣੇ ਨੇ। ਗੱਲਾਂ ਦੋ ਬਣ ਗਈਆਂ ਨਾ। ਜਾ ਕੇ ਪੁੱਛਿਆ, ਮੇਰਾ ਭਰਾ ਆਇਆ, ਭਾਈ ਆਇਆ, ਮੈਂ ਉਹਦੇ ਵਾਸਤੇ ਚੌਲ ਬਣਾਉਣੇ, ਕਿਵੇਂ ਬਣਾਵਾਂ, ਤੁਹਾਡੇ ਇਲਾਕੇ 'ਚ ਕਿਵੇਂ ਬਣਾਉਂਦੇ ਨੇ?
वो सियानी औरत समझ गई भी इनू पता नहीं है। वो दसन लग पई इस तरह जिवें जिवें वो दसी जावे ये जिहड़ी चलाक औरत अगों जवाब देवे कह लगी ये तो मैनू पता अगे दस। वो फिर आखे इस तरह करना आखे ये भी मैनू पता होर अगे दस। सारी चौल बनाउण दी विधि उन्हें दस दी। जदों वो दसिया करे ये नाल ही कह दिया करे ये तो मैनू पता है। उन्होंने दसना नहीं ना भी मेरे विच ये गुण है नहीं। उहदे सामने ये गल बनाउणी है भी मैनू पता सारा कुछ ही है पर मैं तो केवल पुछण वास्ते आई भी तुहानू पता है कि नहीं पता। वो जिहड़ी बजुर्ग माता सी ना वो समझ गई भी पता इनू है कोई नहीं नाले ते पुछण आई है नाले हुण चलाक बनदी है। उन्हें सारी विधि दसन तो मगरों फिर बाद में ये जो चलाक कहिंदी सी ना मैनू सारा ही पता है कह लगी धीए जदों चौल थाली विच पावेंगी ना भरा नूं खवाउण वास्ते ते चुल्हे दे विचों थोड़ी जी स्वाह कढ के ते उत्ते चौलां दे उहनूं धूड़ देई ते इस तरह जाके थाली अपने भरा नूं दे। इस तरह कीता चौल बनाए जदों बन गए चुल्हे विचों स्वाह दी चूंडी भरी सारे चौलों के उपर धूड़ के थाली जाके भरा अगे रखी। वो वेखदा पिया चौल तो सोहने बने उपर स्वाह पाई है। पुछया ये की कीता कह लगी भी तैनू तो पता ही है हुण भरा दे कोलों काहदा ओला कट्ठे जमे पले ना तैनू तो पता भी मैं सिखिया कुछ नहीं है पर मेरे मन में विचार आई भी तू आया तैनू चौल खवाए जान। मैं गुआंढण नूं पुछण गई है उन्हें मैनू ये दसिया जदों वो दसदी मैं आखदी भी मैनू ये तो पता तो उन्हें फिर आ सारियां गल्लां दसियां। वो समझ गया कहन लगा भी जदों तू उन्होंने ये गल आखी है ना मैनू सारा पता तो वो समझ गई इस गल नूं भी पता कुछ नहीं है ये चलाक बनती है तेरी चलाकी नूं उसने कटिया है। ये तैनू उसने दसिया भी तैनू पता ना हुंदियां तू पता होण दी गल करदी है। सतगुरु पातशाह कहन लगे हंकार जिहड़ा बंदे नूं सिखण नहीं दिंदा दुनिया विच। हंकार ये गल कहिंदा भी तू तो वड्डा है तू तो सर्व कला समर्थ है तैनू की लोड़ है किसी कोलों सीखण दी। जदों बिरती ये बन गई सीख नहीं सकेगा जदों सिखेगा नहीं गुण नहीं आउणगे तो गुणा बिना भगती नहीं है। विण गुण कीते भगत ना होए भगती नहीं होंदी। सतगुरु पातशाह महाराज कहंदे कहन लगे ओ भलिया तेरे शुभ गुणा नूं कदे काम ने लुट लिया है कदे क्रोध ने लुट लिया है कदे लोभ ने लुट लिया है कदे मोह लुटदा पिया कदे हंकार लुटदा पिया पर तू समझिया नहीं उन्हां चोरां नूं रोक नहीं सकिया। उल्टा की कीता पर घर जोहन लागा दूजे दे घर वेखदा पिया। हुण मान लो भी चोर ते मेरे घर विच लुटदे पए मैं अपने घर नूं कर लवां पिठ दूजे दे घर नूं मूँह लवां चुक ते की होवेगा। दूजे दे घरे की बनदा कौन आया किधर गया की कीता दूजे दा घर ते वेखदा पिया तेरे घर नूं चोर लगे तू वो नहीं वेखदा। भाव की है दूजे दे औगण वेखदा बंदा अड्डियां चुक चुक के फलाना की करदा किधर नूं जांदा किहड़ा पाप करदा किहड़ा 2 नंबर दा काम करदा इहदे बच्चे की करदे। दूजियां दे औगण वेखण वालिया कदे अपने शरीर दे अंदर झाती मार मेरे विच किन्ने तेरे अपने गुणां नूं ते वकार लुट के लै रहा है। कदे तू कामी हो जांदा कदे क्रोधी हो जांदा कदे लोभी हो जांदा इस गल नूं नहीं वेखदा भी मेरे विच किन्ने औगण ने मैं की करदा पिया। दूजियां दे घर वेखदा भी दूजा की करदा है। सतगुरु पातशाह महाराज कहन लगे दूजियां दे औगणां नूं वेखदा दूजे दा वेख्या औगण आप धारण कर लैंदा पर गुण नहीं धारण करदा। बाबा फरीद साहब जी कहन लगे कहंदा फरीदा आपनड़ै गिरीवान मैं सिर नीवा कर देख अपनी बुकल विच झाती मार भी मैं की हाँ अपनी पीढ़ी थले सोटा फेर। निके हुंदे मुहावरा पढ़दे सी ना किताबां दे विच पीढ़ी थले सोटा फेरना। भाव की है अपने आप नूं वेखना भी मैं की करदा पिया मेरे कोल किहड़े गुण ने। सतगुरु पातशाह कहन लगे अपने गिरीवान मैं अपने गिरीवान दे विच अपनी बुकल दे विच अपने वल झाती मार भी मैं की हाँ ते जिन्हों वेखदा पिया जिन्हों रोकदा पिया जिन्हों टोकदा पिया वो की है। पातशाह कहन लगे तेरा घर ते औगण लुट के लैके जा रहे ने पर तू अपने औगणां नूं नहीं वेखदा भी मैं औगण छड्डने ने। दूजे दे घर वाल दूरबीन ला के बैठा होया दूजा की करदा कदों उठदा किधर जांदा की खांदा। इस तरह जन्म सफला नहीं होना। अपना घर
ਮੂਸਤ ਰਾਖ ਨਾ ਸਕੈ। ਤੇਰਾ ਘਰ ਲੁੱਟਿਆ ਜਾ ਰਿਹਾ ਵਕਾਰਾਂ ਦੇ ਵੱਲੋਂ, ਤੂੰ ਉਹਨਾਂ ਨੂੰ ਬਚਾ ਨਹੀਂ ਸਕਿਆ। ਪਰ ਘਰ ਜੋਹਨ ਲਾਗਾ, ਦੂਜੇ ਦੇ ਘਰ ਵੇਖਦਾ ਪਿਆ ਵੀ ਉਧਰ ਕੀ ਹੁੰਦਾ, ਉਧਰ ਜੋ ਮਰਜ਼ੀ ਹੋ ਜਾਵੇ, ਪਹਿਲਾਂ ਆਪਣੇ ਆਪ ਦਾ ਸੁਧਾਰ ਕਰ। ਤੇ ਦੁਨੀਆ ਕੀ ਕਰਦੀ ਹੈ? ਅਸੀਂ ਦੁਨੀਆ ਨੂੰ ਸੁਧਾਰਨ ਦਾ ਠੇਕਾ ਲੈ ਲਿਆ। ਦੂਜਾ ਕੀ ਕਰਦਾ, ਇਹ ਅਸੀਂ ਠੇਕਾ ਜ਼ਰੂਰ ਲਿਆ ਵੀ ਦੂਜੇ ਨੂੰ ਸੁਧਾਰਨਾ, ਆਪਣੇ ਆਪ ਨੂੰ ਨਹੀਂ ਸੁਧਾਰਨਾ। ਮੈਂ ਉੱਥੇ ਦਾ ਉੱਥੇ ਰਹਿਣਾ। ਦੂਜੇ ਨੂੰ ਉਹਨਾਂ ਚਿਰ ਸੁਧਾਰ ਨਹੀਂ ਸਕੇਗਾ ਜਿੰਨਾ ਚਿਰ ਆਪਣੇ ਆਪ ਨੂੰ ਨਹੀਂ ਸੁਧਾਰਦਾ। ਦੁਨੀਆ ਦੀ ਸੁਧਾਰਨ ਦੀ ਗੱਲ ਆਪਣੇ ਤੋਂ ਸ਼ੁਰੂ ਹੋਣੀ ਹੈ। ਦੁਨੀਆ ਨੂੰ ਬੰਦਗੀ ਦੀ ਗੱਲ ਕਹਿਣਾ ਤੈਨੂੰ ਆਪ ਨੂੰ ਕਰਨੀ ਪੈਣੀ ਹੈ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਲਤਾਨਪੁਰ ਦੀ ਧਰਤੀ ਤੇ ਕਹਿਣ ਲੱਗੇ ਕਈ ਘੰਟੇ ਨਾ ਸ਼ਮਸ਼ਾਨ ਦੇ ਵਿੱਚ ਜਾ ਕੇ ਬੈਠੇ ਰਹਿੰਦੇ। ਕਦੇ ਰੋੜਾਂ ਤੇ ਬੈਠ ਜਾਂਦੇ, ਕਦੇ ਕਿਤੇ ਬੈਠ ਜਾਂਦੇ। ਕੀ ਕਰਦੇ? ਵਾਹਿਗੁਰੂ ਮੰਤਰ ਦਾ ਸਿਮਰਨ ਕਰਦੇ। ਭਾਵੇਂ ਕਿ ਖੁਦ ਪਰਮੇਸ਼ਰ ਨੇ, ਲੋੜ ਨਹੀਂ ਹੈ, ਪਰਮੇਸ਼ਰ ਨੇ ਆਪ, ਪਰ ਦੱਸਿਆ ਦੁਨੀਆ ਨੂੰ ਸੁਧਾਰਨ ਤੋਂ ਪਹਿਲਾਂ ਆਪਣੀ ਕਮਾਈ ਜ਼ਰੂਰੀ ਹੈ। ਜਿੰਨਾ ਚਿਰ ਆਪ ਕਮਾਈ ਨਹੀਂ ਨਾ ਕਰਦਾ, ਆਪ ਬੰਦਗੀ ਨਹੀਂ ਕਰਦਾ, ਆਪਣੇ ਆਪ ਨੂੰ ਜਿੰਨਾ ਚਿਰ ਬਦਲਦਾ ਨਹੀਂ, ਉਹਨਾਂ ਚਿਰ ਦੁਨੀਆ ਨੂੰ ਨਹੀਂ ਬਦਲ ਸਕੇਗਾ। ਦੁਨੀਆ ਨੂੰ ਬਦਲਣ ਵਾਸਤੇ ਆਪਣੇ ਆਪ ਨੂੰ ਬਦਲਣਾ ਪੈਣਾ। ਸੁਲਤਾਨਪੁਰ ਦਾ ਇਤਿਹਾਸ ਪੜ੍ਹੋ, ਇਹ ਬਚਨ ਤੁਹਾਨੂੰ ਉੱਥੋਂ ਮਿਲੇਗਾ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਵਰਾਨ ਜਗ੍ਹਾ ਵੇਖ ਕੇ। ਹੁਣ ਕਈ ਵਾਰੀ ਇਹ ਗੱਲ ਆ ਜਾਂਦੀ ਹੈ ਵੀ ਮਹਾਰਾਜ ਸ਼ਮਸ਼ਾਨ ਵਿੱਚ ਹੀ ਕਿਉਂ ਜਾ ਕੇ ਬਹਿੰਦੇ? ਉਹਦਾ ਕਾਰਨ ਇਹ ਸੀ, ਆਸੇ ਪਾਸੇ ਦੁਨੀਆ ਤੰਗ ਕਰਦੀ ਹੈ, ਸਵਾਲ ਕਰਦੀ ਹੈ, ਕਈ ਗੱਲਾਂ ਪੁੱਛਦੀ ਹੈ। ਸ਼ਮਸ਼ਾਨ ਦੇ ਵਿੱਚ ਲੋਕ ਡਰਦੇ ਹੀ ਨਹੀਂ ਜਾਂਦੇ। ਉੱਥੇ ਇਕਾਂਤ ਜਗ੍ਹਾ ਵੇਖ ਕੇ ਇੱਥੇ ਆਵੇ ਜਾਵੇਗਾ ਕੋਈ ਨਹੀਂ, ਮੌਜ ਵਿੱਚ ਸਿਮਰਨ ਵਿੱਚ ਬੈਠੇ ਰਹਿੰਦੇ। ਸਤਿਗੁਰਾਂ ਨੇ ਇੱਕ ਹੋਰ ਵੀ ਭਲਾ ਕਰਨਾ। ਜਿਹੜੇ ਮੁਰਦੇ ਮਰ ਕੇ ਚਲੇ ਗਏ, ਉਹਨਾਂ ਦੀ ਹੱਡੀ ਵੀ ਜੇ ਕਿਸੇ ਦੀ ਲੱਗੀ ਨਾ ਮਹਾਰਾਜ ਦੇ ਚਰਨਾਂ ਦੇ ਨਾਲ, ਉਹਨਾਂ ਦੀ ਵੀ ਮੁਕਤੀ ਨਾਲ ਹੋ ਜਾਣੀ ਹੈ। ਇਹ ਭਲਾ ਕਰਨ ਵਾਸਤੇ ਮਹਾਰਾਜ ਇਹ ਕਿਰਿਆ ਕਰਦੇ। ਸਾਨੂੰ ਸਮਝਾਇਆ ਦੁਨੀਆ ਦਾ ਭਲਾ ਕਰਨ ਵਾਸਤੇ, ਦੁਨੀਆ ਦੇ ਵਾਸਤੇ ਤੁਰਨ ਵਾਸਤੇ ਪਹਿਲਾਂ ਆਪਣੇ ਆਪ ਨੂੰ ਬਦਲ, ਫਿਰ ਦੁਨੀਆ ਬਦਲੇਗਾ। 10ਵੇਂ ਪਾਤਸ਼ਾਹ ਦਾ ਇਤਿਹਾਸ ਪੜ੍ਹੋ। ਬਿਪੌਰ ਸਾਹਿਬ ਦੀ ਧਰਤੀ ਤੇ ਸਤਲੁਜ ਦੇ ਕੰਢੇ ਤੇ ਬਣਿਆ ਹੋਇਆ ਧਾਰਮਿਕ ਸਥਾਨ, ਤੇ ਕਹਿਣ ਲੱਗੇ ਊਨੇ ਦੀ ਧਰਤੀ ਤੇ ਮਹਾਰਾਜ ਸਾਹਿਬ ਜੀ ਬਿਪੌਰ ਸਾਹਿਬ ਦੀ ਧਰਤੀ ਤੇ 1.25 ਲੱਖ ਸ੍ਰੀ ਚੌਪਈ ਸਾਹਿਬ ਦਾ ਪਾਠ ਕੀਤਾ। ਇਸ ਗੁਰਬਾਣੀ ਨੂੰ ਉੱਥੇ ਉਚਾਰਿਆ ਜਿਹੜਾ ਆਪਾਂ ਪੜ੍ਹਦੇ ਹਾਂ ਨਾ, ਚੌਪਈ ਸਾਹਿਬ ਦਾ ਪਾਠ ਬਿਪੌਰ ਸਾਹਿਬ ਦੀ ਧਰਤੀ ਤੇ ਉਚਾਰਿਆ। ਮਹਾਰਾਜ ਜੀ ਨੇ ਬਚਨ ਵੀ ਲਿਖਿਆ, ਸੰਮਤ 17 ਸਹਿਸ ਭਨਿਜੈ, ਅਰਧ ਸਹਿਸ ਪੁਨ ਤੀਨ ਕਹਿਜੈ, ਭਾਦਰਵ ਸੁਦੀ ਅਸ਼ਟਮੀ ਰਵਿਵਾਰਾ, ਤੀਰ ਸਤਦਰਵ ਗ੍ਰੰਥ ਸੁਧਾਰਾ। ਸਤਦਰਵ ਨਾਮ ਸਤਲੁਜ ਦਾ, ਵੀ ਸਤਲੁਜ ਦੇ ਕੰਢੇ ਤੇ ਅਸੀਂ ਇਹ ਚੌਪਈ ਸਾਹਿਬ ਦੇ ਪਾਠ ਨੂੰ ਸੰਪੂਰਨ ਕੀਤਾ। ਐਤਵਾਰ ਦੇ ਦਿਨ ਉੱਥੇ ਫਿਰ ਆਪ ਮਹਾਰਾਜ ਨੇ 1.25 ਲੱਖ ਪਾਠ ਚੌਪਈ ਸਾਹਿਬ ਦਾ ਕੀਤਾ। ਨਾਲ ਹੀ ਬਚਨ ਕੀਤਾ, ਇਸ ਗੁਰਬਾਣੀ ਨੂੰ ਜਿਹੜਾ ਪੜ੍ਹੇਗਾ ਉਹਦਾ ਭਲਾ ਹੋਵੇਗਾ, ਉਹਦੀ ਮੁਕਤੀ ਹੋਵੇਗੀ। ਉਸ ਬਾਣੀ ਨੂੰ ਮਹਾਰਾਜ ਨੇ ਫਿਰ ਨਿਤਨੇਮ ਦੀਆਂ ਬਾਣੀਆਂ ਵਿੱਚ ਸ਼ਾਮਲ ਕੀਤਾ। ਉਸ ਬਾਣੀ ਨੂੰ ਮਹਾਰਾਜ ਨੇ ਅੰਮ੍ਰਿਤ ਛਕਾਉਣ ਵਾਸਤੇ 5 ਬਾਣੀਆਂ ਵਿੱਚ ਸ਼ਾਮਲ ਕੀਤਾ। ਅੰਮ੍ਰਿਤ ਛਕਾਉਣ ਵੇਲੇ ਉਸ ਬਾਣੀ ਨੂੰ ਪੜ੍ਹਿਆ ਜਾਂਦਾ। ਨਾਲ ਹੀ ਆਖਦੇ ਜਿਹੜਾ ਇਹ ਬਾਣੀ ਪੜ੍ਹੇਗਾ ਉਹਦੀ ਰੱਖਿਆ ਹੋਵੇਗੀ, ਸਰਬ ਕਾਲ ਉਹਦੀ ਰੱਖਿਆ ਹੋਵੇਗੀ, ਹਰ ਪਾਸਿਓਂ ਉਹਦੀ ਰੱਖਿਆ ਹੋਵੇਗੀ। ਤੇ ਜਿਹੜਾ ਬਿਪੌਰ ਸਾਹਿਬ ਆ ਕੇ ਮੱਥਾ ਟੇਕੇਗਾ, ਇੱਥੇ ਆ ਕੇ ਚੌਪਈ ਸਾਹਿਬ ਦਾ ਪਾਠ ਕਰੇਗਾ, ਉਹਨੂੰ ਇੱਕ ਪਾਠ ਦੀ ਬਜਾਏ ਕਈ ਹਜ਼ਾਰਾਂ ਪਾਠਾਂ ਦਾ ਮਹਾਤਮ ਇੱਥੇ ਪ੍ਰਾਪਤ ਹੋਵੇਗਾ। ਇਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ। ਭਾਵ ਇਹ ਹੈ ਜਿਹੜੀ ਗੁਰਬਾਣੀ ਗੁਰਸਿੱਖ ਨੂੰ ਦੱਸੀ ਹੈ ਨਾ ਪੜ੍ਹਨ ਵਾਸਤੇ, ਸਤਿਗੁਰੂ ਆਪ ਕਮਾਈ ਕਰਕੇ ਦੱਸਦੇ। ਦੁਨੀਆ ਨੂੰ ਸੁਧਾਰਨ ਤੋਂ ਪਹਿਲਾਂ ਆਪਣੇ ਆਪ ਨੂੰ ਸੁਧਾਰ। ਭਾਵੇਂ ਕਿ ਲੋੜ ਨਹੀਂ ਹੈ, 10ਵੇਂ ਪਾਤਸ਼ਾਹ ਨੂੰ ਲੋੜ ਕੋਈ ਨਹੀਂ ਹੈ, ਪਰਮੇਸ਼ਰ ਨੇ, ਪਰ ਫਿਰ ਵੀ ਉਹਨਾਂ ਨੇ ਸਮਝਾਇਆ ਵੀ ਦੁਨੀਆ ਨੂੰ ਤੋਰਨ ਵਾਸਤੇ ਪਹਿਲਾਂ ਆਪ ਤੁਰਨਾ ਪਵੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਦੂਜਿਆਂ ਦੇ ਔਗਣ ਤੇ ਵੇਖਦਾ ਪਿਆ, ਆਪਣੇ ਔਗਣ ਨਹੀਂ ਵੇਖਦਾ। ਪਹਿਲਾਂ ਆਪਣੇ ਔਗਣ ਵੇਖ, ਉਹਨਾਂ ਔਗਣਾਂ ਨੂੰ ਸਾਫ਼ ਕਰ, ਫਿਰ ਦੂਜਿਆਂ ਦੇ ਵੱਲੇ ਜਾਈ ਉਪਦੇਸ਼ ਦੇਣ ਵਾਸਤੇ। ਤਾਂ ਤੇਰੀ ਸਿੱਖਿਆ ਦੇ ਨਾਲ ਕਿਸੇ ਦਾ ਭਲਾ ਹੋਵੇਗਾ। ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਜਿਹਦੇ ਆਪਣੇ ਅੰਦਰ ਪਰਮੇਸ਼ਰ ਦਾ ਨਾਮ ਵਸਿਆ, ਉਹਦੀ ਸਿੱਖਿਆ ਨਾਲ ਦੁਨੀਆ ਦਾ ਭਲਾ ਹੁੰਦਾ। ਬਾਕੀ ਤੇ ਐਵੇਂ ਗੱਲਾਂ ਵਾਓ ਦੁਆਓ ਹੀ ਨੇ।
ਹਵਾ ਵਿੱਚ ਫੋਕੇ ਫੈਰ ਛੱਡਣ ਵਾਲੀ ਗੱਲ ਹੈ। ਜੇ ਬੰਦਗੀ ਨਹੀਂ ਨਾ ਕੀਤੀ ਫਿਰ ਕਿਸੇ ਤੇ ਅਸਰ ਨਹੀਂ ਲਾਗੂ ਹੁੰਦਾ। ਇਸ ਕਰਕੇ ਪਹਿਲਾਂ ਆਪਣੇ ਆਪ ਨੂੰ ਬਦਲ, ਫਿਰ ਦੁਨੀਆ ਨੂੰ ਬਦਲਣ ਦਾ ਯਤਨ ਕਰਿਆ ਕਰ। ਘਰ ਦਰ ਰਾਖੇ ਜੇ ਰਸ ਚਾਖੈ, ਜੋ ਗੁਰਮੁਖ ਸੇਵਕ ਲਾਗਾ। ਆਪਣੇ ਘਰ ਦੇ ਅੰਦਰ ਸ਼ੁਭ ਗੁਣਾਂ ਨੂੰ ਰੱਖ। ਆਪਣੇ ਘਰ ਦੇ ਅੰਦਰ ਹਿਰਦੇ ਵਿੱਚ ਸ਼ੁਭ ਗੁਣਾਂ ਨੂੰ ਰੱਖੇਗਾ। ਜੇ ਰਸ ਚਾਖੈ, ਜੇ ਤੂੰ ਨਾਮ ਦਾ ਰਸ ਲੈਣਾ ਚਾਹਣਾ ਨਾ। ਸਾਡਾ ਸਵਾਲ ਹੁੰਦਾ, ਅਸੀਂ ਕਈ ਵਾਰੀ ਇਹ ਸਵਾਲ ਕਰਦੇ ਹਾਂ, ਮੈਂ ਬਾਣੀ ਪੜ੍ਹਦਾ ਮੈਨੂੰ ਸਵਾਦ ਨਹੀਂ ਆਉਂਦਾ, ਮੈਨੂੰ ਰਸ ਨਹੀਂ ਆਉਂਦਾ। ਰਸ ਕਿਉਂ ਨਹੀਂ ਆਉਂਦਾ? ਪਾਠ ਤੇ ਕਰਦਾ ਪਿਆ, ਅੰਦਰ ਤੇਰੇ ਚੁਗਲੀ ਛਾਲਾ ਮਾਰਦੀ ਪਈ ਵੀ ਛੇਤੀ ਪਾਠ ਕਰਾਂ ਤੇ ਚੁਗਲੀ ਕਰਕੇ ਆਵਾਂ। ਪਾਠ ਤੇ ਕਰਦਾ ਪਿਆ, ਅੰਦਰ ਨਿੰਦਿਆ ਛਾਲਾ ਮਾਰਦੀ ਪਈ ਹੈ। ਪਾਠ ਤੇ ਕਰਦਾ ਪਿਆ, ਨਾਲ ਹੀ ਅਵਗੁਣ ਛਾਲਾ ਮਾਰਦੇ ਪਏ। ਮਹਾਰਾਜ ਕਹਿਣ ਲੱਗੇ, ਭਾਈ ਪਹਿਲਾਂ ਆਪਣੇ ਘਰ ਦੇ ਵਿੱਚ ਸ਼ੁਭ ਗੁਣਾਂ ਨੂੰ ਲਿਆ ਕੇ ਬਿਠਾ, ਫਿਰ ਤੈਨੂੰ ਨਾਮ ਦਾ ਰਸ ਆਵੇਗਾ, ਨਾਮ ਦਾ ਸਵਾਦ ਫਿਰ ਆਉਣਾ। ਉਹਨਾਂ ਚਿਰ ਸਵਾਦ ਕੋਈ ਨਹੀਂ ਹੋਣਾ ਜਿੰਨਾ ਚਿਰ ਔਗਣਾਂ ਦਾ ਭਰਿਆ ਹੋਇਆ। ਜੋ ਗੁਰਮੁਖ ਸੇਵਕ ਲਾਗਾ, ਜਿਹੜੇ ਗੁਰਮੁਖ ਬਣ ਕੇ ਗੁਰੂ ਚਰਨਾਂ ਵਿੱਚ ਲੱਗੇ ਨੇ, ਗੁਰੂ ਦੇ ਸੇਵਕ ਬਣ ਜਾਂਦੇ, ਉਹਨਾਂ ਗੁਰਮੁਖਾਂ ਨੂੰ ਫਿਰ ਸਤਿਗੁਰਾਂ ਦੀ ਨਾਮ ਬਾਣੀ ਦੀਆਂ ਦਾਤਾਂ ਪ੍ਰਾਪਤ ਹੁੰਦੀਆਂ। ਉਹਨਾਂ ਨੂੰ ਫਿਰ ਰਸ ਆਉਣ ਲੱਗ ਪੈਂਦਾ, ਸਵਾਦ ਆਉਣ ਲੱਗ ਪੈਂਦਾ, ਜਿਹੜੇ ਗੁਰੂ ਵਾਲੇ ਬਣ ਜਾਂਦੇ ਹਨ। ਮਨ ਰੇ ਸਮਝ ਕਵਨ ਮਤ ਲਾਗਾ। ਸਮਝ ਕਿਹੜੇ ਕਮੀ ਪੈ ਗਿਆ। ਜਦੋਂ ਤੇਰਾ ਮਨ ਮਾੜੇ ਖਿਆਲ ਪੈਦਾ ਕਰੇ ਨਾ, ਆਪਣੇ ਆਪ ਨੂੰ ਤਾਂ ਪਤਾ ਲੱਗਦਾ ਨਾ, ਬੰਦਾ ਭਾਵੇਂ ਦੁਨੀਆ ਤੋਂ ਛੁਪਾਵੇ ਪਰ ਆਪਣੇ ਆਪ ਨੂੰ ਪਤਾ ਲੱਗਦਾ ਵੀ ਮੈਂ ਕੀ ਚਾਹੁੰਦਾ, ਮੇਰਾ ਮਨ ਕੀ ਚਾਹੁੰਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ ਮਨ ਦੇ ਵਿੱਚ ਬੁਰਾ ਵਿਚਾਰ ਆਵੇ ਉਦੋਂ ਮਨ ਨੂੰ ਆਖਿਆ ਕਰੋ, ਮਨਾ ਕਵਨ ਮਤ ਲਾਗਾ। ਕਿਹੜੇ ਕੰਮ ਲੱਗ ਪੈਣ ਲੱਗਾ, ਕਿਹੜਾ ਕੰਮ ਕਰਨ ਲੱਗਾ? ਤੈਨੂੰ ਇਹ ਕੰਮ ਕਰਨਾ ਸ਼ੋਭਾ ਨਹੀਂ ਦਿੰਦਾ, ਤੂੰ ਗੁਰੂ ਕਾ ਸਿੱਖ ਹੈ, ਲੋਕ ਕੀ ਕਹਿਣਗੇ। ਜਦੋਂ ਮਨ ਕਿਤੇ ਮਾੜਾ ਵਿਚਾਰ ਲੈ ਕੇ ਆਉਂਦਾ ਉਦੋਂ ਆਪਣੇ ਮਨ ਨੂੰ ਆਪੇ ਸਮਝਾਇਆ ਕਰ, ਮਨਾ ਇਹ ਕੰਮ ਨਹੀਂ ਕਰਨਾ। ਕਿਹੜਾ ਕੰਮ ਕਰਨ ਲੱਗਾ, ਕਿਉਂ ਨਰਕਾਂ ਵਿੱਚ ਡਿੱਗਣ ਲੱਗਾ, ਇਹ ਆਪਣੇ ਆਪ ਨੂੰ ਸਮਝਾ। ਮਾੜਾ ਵਿਚਾਰ ਆਉਂਦਾ ਉਦੋਂ ਵਾਹਿਗੁਰੂ ਮੰਤਰ ਦਾ ਜਾਪ ਸ਼ੁਰੂ ਕਰ ਦਿਆ ਕਰ, ਉਦੋਂ ਮੂਲ ਮੰਤਰ ਦਾ ਜਾਪ ਸ਼ੁਰੂ ਕਰ ਦਿਆ ਕਰ, ਉਦੋਂ ਜਪਜੀ ਸਾਹਿਬ ਦੀ ਬਾਣੀ ਪੜ੍ਹਨੀ ਸ਼ੁਰੂ ਕਰ ਦਿਆ ਕਰ। ਇੱਕ ਵਾਰੀ ਸਮਾਂ ਲੰਘ ਗਿਆ, ਸਮਾਂ ਟਲ ਗਿਆ, ਵਿਚਾਰ ਵੀ ਟਲ ਜਾਣਗੇ। ਮਾੜਾ ਵਿਚਾਰ ਆਉਂਦਾ ਉਹਨੂੰ ਪੂਰਾ ਕਰਨ ਵਾਸਤੇ ਭੱਜਿਆ ਨਾ ਕਰ। ਮਹਾਰਾਜ ਦਾ ਬਚਨ ਪੜ੍ਹਦੇ ਹਾਂ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਜੇ ਆਖੀਏ ਨਾ ਵੀ ਚੱਲ ਆਪਾਂ ਨਾਮ ਜਪਣਾ, ਕਹਿੰਦਾ ਕੋਈ ਗੱਲ ਨਹੀਂ, ਜਪ ਲੈਂਦੇ। ਉਦੋਂ ਤੇ ਟਾਈਮ ਲੰਘਾ ਦਿੱਤਾ। ਨਾਮ ਜਪਣ ਦੀ ਗੱਲ ਆਈ, ਕਹਿੰਦਾ ਕੋਈ ਨਹੀਂ ਜਪਦੇ ਆ, ਟਾਈਮ ਲੰਘ ਜਾਵੇ ਤੇ ਛੁਟਕਾਰਾ ਹੋ ਜਾਵੇ। ਪਰ ਜੇ ਕਿਸੇ ਨੇ ਆਖਿਆ ਨਾ ਵੀ ਚੱਲ ਆਪਾਂ ਮਾੜਾ ਕੰਮ ਕਰਕੇ ਆਉਣਾ, ਕੋਈ ਕੁਕਰਮ ਕਰਨਾ, ਉਸੇ ਵੇਲੇ ਛਾਲ ਮਾਰ ਕੇ ਤਿਆਰ, ਮੈਂ ਤੇ ਪਹਿਲਾਂ ਹੀ ਤਿਆਰ ਬੈਠਾ, ਮੈਂ ਤੇ ਤੇਰੀ ਉਡੀਕ ਕਰਦਾ ਪਿਆ। ਮਾੜੇ ਕੰਮ ਕਰਨ ਵਾਸਤੇ ਤੇ ਪਹਿਲਾਂ ਹੀ ਤਿਆਰ ਬੈਠਾ ਹੈ, ਚੰਗਾ ਕੰਮ ਕਰਨਾ ਤੇ ਦਲਿੱਦਰ ਪਾ ਦਿੰਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਨਾ ਕਰ, ਚੰਗਾ ਕੰਮ ਕਰਨ ਵਾਸਤੇ ਛੇਤੀ ਕਰ, ਮਾੜਾ ਕੰਮ ਕਰਨ ਵਾਸਤੇ ਮਨ ਨੂੰ ਸਮਝਾਓ, ਮਨਾ ਇਹ ਕੰਮ ਨਹੀਂ ਕਰਨਾ, ਤਾਂ ਤੇਰਾ ਭਲਾ ਹੋਣਾ ਹੈ। ਨਾਮ ਵਿਸਾਰ ਅਨਰਸ ਲੋਭਾਨੇ, ਫਿਰ ਪਛਤਾਏ ਅਭਾਗਾ। ਨਾਮ ਨੂੰ ਵਿਸਾਰ ਦਿੰਦੇ ਨੇ। ਵਿਸਾਰ ਕੀ ਹੁੰਦਾ? ਵਿਸਾਰਨਾ ਕੀ ਹੈ? ਭੁਲਾਉਣਾ। ਨਾਮ ਨੂੰ ਭੁਲਾ ਦੇਣਾ, ਬਾਣੀ ਨੂੰ ਭੁਲਾ ਦੇਣਾ, ਪਰਮੇਸ਼ਰ ਦੀ ਬੰਦਗੀ ਨੂੰ ਭੁਲਾ ਦੇਣਾ। ਬੰਦਗੀ ਕਰ ਇਹ ਦੱਸਣਾ ਪੈਂਦਾ, ਪਾਪ ਕਰ ਇਹ ਨਹੀਂ ਦੱਸਣਾ ਪੈਂਦਾ, ਉਹ ਆਪਣੇ ਆਪ ਹੀ ਕਰਦਾ। ਤੜਕੇ ਉੱਠ ਇਹ ਦੱਸਣਾ ਪੈਂਦਾ, ਰਾਤ ਨੂੰ ਜਾਗਦਾ ਰਹਿ ਇਹ ਨਹੀਂ ਦੱਸਣਾ ਪੈਣਾ, ਆਪਣੇ ਆਪ ਹੀ ਜਾਗਦਾ ਰਹੇਗਾ। ਸ਼ੁਭ ਕਰਮ ਕਰ ਇਹ ਦੱਸਣਾ ਪਏਗਾ, ਕਿਉਂਕਿ ਭੁੱਲ ਗਿਆ ਨਾ ਸਾਰਾ ਕੁਝ। ਮਾੜਾ ਕੰਮ ਕਰ ਇਹ ਨਹੀਂ ਦੱਸਣਾ ਪੈਣਾ, ਇਹ ਤਾਂ ਪੁੱਛਦਾ ਵੀ ਨਹੀਂ ਕਿਸੇ ਕੋਲ, ਸਲਾਹ ਵੀ ਨਹੀਂ ਲੈਂਦਾ, ਆਪੇ ਭੱਜ ਪੈਂਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਾਮ ਵਿਸਾਰ, ਨਾਮ ਤੇ ਭੁੱਲ ਗਿਆ, ਉਹ ਤੈਨੂੰ ਯਾਦ ਕਰਾਉਣਾ ਪੈਂਦਾ ਵਾਰ-ਵਾਰ। ਤੇ ਪਾਤਸ਼ਾਹ ਕਹਿਣ ਲੱਗੇ ਅਨ ਰਸ ਲੋਭਾਨੇ, ਨਾਮ ਭੁੱਲਿਆ ਕਿਹਨਾਂ ਨੂੰ ਹੈ? ਜਿਹੜੇ ਹੋਰਾਂ ਰਸਾਂ ਵਿੱਚ ਲੁਭਾਏਮਾਨ ਹੋ ਗਏ। ਹੋਰ ਰਸ ਜਿਹੜੇ ਚਾਹੁੰਦੇ ਨੇ, ਆਂਦੇ ਨਾਮ ਦੀ ਗੱਲ ਨਾ ਕਰੋ, ਗੁਰਦੁਆਰੇ ਦੀ ਗੱਲ ਨਾ ਕਰੋ, ਸੰਗਤ ਦੀ ਗੱਲ ਨਾ ਕਰੋ। ਹਾਂ ਕੋਈ ਪੁੱਠਾ ਪੰਗਾ ਲੈਣਾ ਉਹ ਦੱਸੋ, ਉਹ ਅਸੀਂ ਛੇਤੀ ਨਾਲ ਲਵਾਂਗੇ। ਨਾਮ ਵਿਸਾਰ, ਨਾਮ ਦਿੱਤਾ ਭੁਲਾ, ਅਨ ਰਸ ਲੋਭਾਨੇ, ਹੋਰਾਂ ਚੀਜ਼ਾਂ ਦਾ ਸਵਾਦ ਆਉਣ ਲੱਗ ਪਿਆ, ਉਧਰ ਨੂੰ ਤੇ ਦੌੜਦਾ ਹੈ। ਤੇ ਪਾਤਸ਼ਾਹ ਕਹਿਣ ਲੱਗੇ ਫਿਰ ਪਛਤਾਏ ਅਭਾਗਾ, ਇਹ ਮਾੜਿਆਂ ਭਾਗਾਂ ਵਾਲਿਆ, ਜਦੋਂ ਜਮਾਂ ਨੇ ਮਾਰ ਮਾਰੀ ਨਾ ਨਰਕਾਂ ਵਿੱਚ ਲਿਜਾ ਕੇ,
ਜਦੋਂ ਜਮਾਂ ਨੇ ਸੁੱਟਿਆ ਨਾ ਨਰਕਾਂ ਵਿੱਚ ਸਜ਼ਾ ਦੇਣ ਵਾਸਤੇ, ਫਿਰ ਉਦੋਂ ਪਛਤਾਵੇਂਗਾ ਵੀ ਜੇ ਮੈਂ ਨਾ ਮਾੜਾ ਕਰਮ ਕਰਦਾ ਤੇ ਫਿਰ ਬਚ ਜਾਂਦਾ। ਚੋਰ ਚੋਰੀ ਕਰਨ ਗਿਆ, ਯਾਰ ਯਾਰੀ ਲਾਉਣ ਗਿਆ, ਉਦੋਂ ਨਹੀਂ ਸੋਚਦਾ, ਪਰ ਜਦੋਂ ਫੜਿਆ ਜਾਂਦਾ ਨਾ ਰੰਗੇ ਹੱਥੀ ਤੇ ਫਿਰ ਫੜ ਕੇ ਕੁੱਟਿਆ ਜਾਂਦਾ ਚੋਰ ਨੂੰ ਤੇ ਯਾਰ ਦੋਨਾਂ ਨੂੰ ਹੀ, ਉਦੋਂ ਫਿਰ ਕੁੱਟ ਖਾਂਦਾ, ਫਿਰ ਮੂੰਹ ਲੁਕਾਉਂਦਾ, ਮੇਰੀ ਫੋਟੋ ਨਾ ਬਣਾਓ, ਮੈਨੂੰ ਦੁਨੀਆ ਤੇ ਬਦਨਾਮ ਨਾ ਕਰੋ। ਫਿਰ ਆਪਣੇ ਮਨ ਵਿੱਚ ਕੋਸ਼ਦਾ ਵੀ ਜੇ ਇਹ ਕੰਮ ਨਾ ਕਰਦਾ ਤੇ ਮੇਰੇ ਨਾਲ ਆਹ ਕੁਝ ਨਾ ਹੁੰਦਾ, ਪਰ ਉਦੋਂ ਪਛਤਾਇਆ ਕੁਝ ਨਹੀਂ ਹੋਣਾ, ਉਦੋਂ ਤੇ ਜੋ ਹੋਣਾ ਉਹ ਹੋ ਗਿਆ। ਦੁਨੀਆ ਦੇ ਵਿੱਚ ਮਾੜਾ ਕਰਮ ਕੀਤਾ, ਸਜ਼ਾ ਮਿਲਦੀ ਪਛਤਾਉਂਦਾ ਪਿਆ ਹੈ, ਪਰ ਪਛਤਾਇਆ ਕੁਝ ਨਹੀਂ ਹੋਣਾ। ਇਸੇ ਤਰ੍ਹਾਂ ਮਾੜਾ ਕਰਮ ਕਰੇਗਾ, ਜਮਾਂ ਦੀ ਮਾਰ ਪਵੇਗੀ, ਉਦੋਂ ਪਛਤਾਉਣਾ ਕੋਲ ਰਹਿ ਜਾਣਾ, ਪਰ ਹੋਣਾ ਕੁਝ ਨਹੀਂ, ਉਦੋਂ ਸਜ਼ਾ ਮਿਲਦੀ ਹੈ। ਇਸ ਕਰਕੇ ਫਿਰ ਪਛਤਾਏ ਅਭਾਗਾ, ਜਿਹੜਾ ਮਾੜਾ ਕਰਮ ਕਰਦਾ ਉਹ ਮਾੜਿਆਂ ਭਾਗਾਂ ਵਾਲਿਆ, ਬਾਅਦ ਵਿੱਚ ਜਮਾਂ ਦੀ ਮਾਰ ਪੈਣੀ, ਫਿਰ ਤੈਨੂੰ ਪਛਤਾਉਣਾ ਪੈਣਾ ਹੈ। ਰਾਉ ਆਵਤ ਕੋ ਹਰਖ ਜਾਤ ਕੋ ਰੋਵੈ। ਮਹਾਰਾਜ ਕਹਿਣ ਲੱਗੇ ਆਵਤ ਕੋ ਹਰਖ, ਜਦੋਂ ਕਿਸੇ ਬੰਨਿਓ ਮਾਇਆ ਕਮਾ ਕੇ ਆਉਂਦਾ ਨਾ, ਜਾਂ ਮਾਇਆ ਆਉਂਦੀ ਕਿਸੇ ਬਹਾਨੇ ਨਾਲ, ਫਿਰ ਬੜਾ ਮੁੱਛਾਂ ਨੂੰ ਤਾ ਦਿੰਦਾ, ਬੜਾ ਖੁਸ਼ ਹੁੰਦਾ, ਮੇਰੇ ਕੋਲ ਅੱਜ ਕੁਝ ਆਇਆ ਹੈ। ਜੇ ਕੋਈ ਪਦਾਰਥ ਆਉਂਦਾ ਹੈ ਆਪਣੇ ਬੂਹੇ ਅੱਗੇ ਬਿਠਾ ਦਿੰਦਾ ਢੋਲ ਵਜਾਉਣ ਵਾਲੇ, ਲੱਡੂ ਫੜ ਫੜ ਕੇ ਵੰਡਦਾ ਪਿਆ, ਖੁਸ਼ੀ ਆ ਗਈ ਨਾ, ਧਨ ਆ ਗਿਆ। ਆਵਤ ਕੋ ਹਰਖ, ਜਦੋਂ ਕੋਈ ਚੀਜ਼ ਆਈ ਹੈ ਬੜੀ ਖੁਸ਼ੀ ਮਨਾਉਂਦਾ, ਛਾਲਾ ਮਾਰਦਾ। ਤੇ ਜਾਵਤ ਕੋ ਰੋਵੈ, ਤੇ ਜਦੋਂ ਉਹ ਚੀਜ਼ ਚਲੇਗੀ ਨਾ ਕੋਲੋਂ ਕਿਤੇ, ਫਿਰ ਰੋਂਦਾ, ਹਾਏ ਮਰ ਗਿਆ, ਮੇਰੇ ਤੇ ਪੱਲੇ ਕੁਝ ਨਹੀਂ ਰਹਿ ਗਿਆ। ਜਦੋਂ ਆਇਆ ਸੀ ਉਦੋਂ ਛਾਲਾ ਮਾਰਦਾ, ਖੁਸ਼ ਹੁੰਦਾ, ਧਨ ਆ ਗਿਆ। ਜਦੋਂ ਧਨ ਕੋਲੋਂ ਜਾਂਦਾ ਪਿਆ ਹੁਣ ਰੋਂਦਾ ਪਿਆ। ਪਰ ਸਮਝਣ ਵਾਲੀ ਗੱਲ ਤੇ ਇਹ ਹੈ ਵੀ ਜਿਹਨੇ ਦਿੱਤਾ ਉਹਨੇ ਵਾਪਸ ਲੈ ਲਿਆ, ਮੇਰਾ ਤੇ ਹੈ ਹੀ ਕੁਝ ਨਹੀਂ, ਰੋਣਾ ਕਾਹਦਾ। ਪਰ ਨਹੀਂ, ਆਉਂਦੇ ਨੂੰ ਵੇਖ ਕੇ ਖੁਸ਼ ਹੋਇਆ, ਜਾਂਦੇ ਨੂੰ ਵੇਖ ਕੇ ਰੋਂਦਾ ਪਿਆ। ਇਹ ਬੰਦੇ ਦੀ ਹਾਲਤ ਹੈ। ਫਿਰ ਫਰਮਾਉਂਦੇ ਹਨ, ਆਵਤ ਕੋ ਹਰਖ ਜਾਤ ਕੋ ਰੋਵੈ। ਪੁੱਤਰ ਕਮਾਈ ਕਰਕੇ ਆਉਂਦਾ ਨਾ, ਬਾਹਰੋਂ ਕੋਈ ਚੀਜ਼ ਲੈ ਕੇ ਆਉਂਦਾ, ਮਾਂ ਬਾਪ ਬੜੇ ਖੁਸ਼ ਹੁੰਦੇ, ਸਾਡਾ ਪੁੱਤਰ ਆਇਆ, ਪੁੱਤਰ ਨੂੰ ਵੇਖ ਕੇ ਖੁਸ਼ ਹੋ ਗਏ। ਫਿਰ ਪੁੱਤਰ ਦੀ ਤਰੱਕੀ ਵੇਖ ਕੇ ਖੁਸ਼ ਹੋ ਗਏ ਵੀ ਸਾਡਾ ਪੁੱਤਰ ਅੱਜ ਕੁਝ ਬਣ ਕੇ ਆਇਆ। ਮਹਾਰਾਜ ਕਹਿੰਦੇ ਰੱਬ ਨਾ ਕਰੇ ਕੱਲ ਨੂੰ ਉਹ ਪੁੱਤਰ ਇਸੇ ਘਰੋਂ ਅਰਥੀ ਤੇ ਲੰਮੇ ਪੈ ਕੇ ਸ਼ਮਸ਼ਾਨ ਨੂੰ ਤੁਰਿਆ ਜਾਵੇ, ਫਿਰ ਵੀ ਖੁਸ਼ ਹੋਵੇਗਾ? ਨਹੀਂ, ਫਿਰ ਰੋਵੇਗਾ। ਪੁੱਤਰ ਕਮਾਈ ਕਰਕੇ ਲਿਆਇਆ, ਤਰੱਕੀ ਕਰਕੇ ਆਇਆ, ਕੁਝ ਬਣ ਕੇ ਆਇਆ ਤੇ ਖੁਸ਼ੀ ਨਾਲ ਛਾਲਾ ਮਾਰਦਾ। ਪਰ ਜੇ ਸਵਾਸ ਪੂਰੇ ਹੋ ਗਏ, ਮਰ ਗਿਆ, ਸ਼ਮਸ਼ਾਨ ਨੂੰ ਜਾਂਦਾ ਪਿਆ, ਫਿਰ ਰੋਂਦਾ ਪਿਆ। ਦੁੱਖ ਪਾਤਸ਼ਾਹ ਮਹਾਰਾਜ ਫਰਮਾਉਂਦੇ ਹਨ, ਦੁੱਖ ਸੁੱਖ ਨਾਲੇ ਲਾਗਾ। ਦੁੱਖ ਤੇ ਸੁੱਖ ਬੰਦੇ ਦੇ ਨਾਲ ਲੱਗਾ ਹੋਇਆ, ਇਹ ਨਾਲ ਚਿੰਬੜਿਆ ਹੋਇਆ, ਇਹ ਛੱਡਿਆ ਨਹੀਂ ਜਾਣਾ। ਜੇ ਅੱਜ ਪੁੱਤ ਕੁਝ ਲੈ ਕੇ ਆਇਆ, ਕੱਲ ਨੂੰ ਉਸ ਪੁੱਤ ਨੇ ਦੁਨੀਆ ਤੋਂ ਜਾਣਾ ਹੈ। ਜੇ ਅੱਜ ਮਾਇਆ ਕਿਸੇ ਬੰਨਿਓ ਆਈ, ਧਨ ਆਇਆ, ਕੱਲ ਨੂੰ ਇਹ ਧਨ ਕਿਸੇ ਬੰਨੇ ਤੁਰਨਾ ਵੀ ਜਾਣਾ ਵੀ ਹੈ। ਇਹ ਬੰਦਿਆ ਦੁੱਖ ਤੇ ਸੁੱਖ ਤੇਰੇ ਨਾਲ ਸ਼ੁਰੂ ਤੋਂ ਲੱਗਾ ਹੀ ਹੋਇਆ। ਤੂੰ ਵੀ ਕਿਸੇ ਦਾ ਪੁੱਤ ਹੈ, ਤੇਰਾ ਵੀ ਅੱਗੇ ਕੋਈ ਪੁੱਤ ਹੈ। ਇਹ ਤੇ ਕੋਈ ਮਰ ਗਿਆ, ਕੋਈ ਜੰਮ ਪਿਆ, ਕੋਈ ਆ ਗਿਆ, ਕੋਈ ਚਲਾ ਗਿਆ। ਇਹ ਤੇ ਰੱਬ ਨੇ ਵਿਧੀ ਵਿਧਾਨ ਦੁਨੀਆ ਦਾ ਬਣਾਇਆ ਹੋਇਆ, ਇਹਦੇ ਵਿੱਚ ਪੈ ਕੇ ਆਪਣੇ ਆਪ ਨੂੰ ਦੁਖੀ ਨਾ ਕਰ। ਆਪੇ ਦੁੱਖ ਸੁੱਖ ਭੋਗ ਭੁਗਾਵੈ, ਗੁਰਮੁਖ ਸੋ ਅਨਰਾਗਾ। ਪਰਮਾਤਮਾ ਦੁੱਖ ਵੀ ਆਪੇ ਦਿੰਦਾ, ਉਹ ਪਰਮਾਤਮਾ ਸੁੱਖ ਵੀ ਆਪੇ ਦਿੰਦਾ ਹੈ। ਦੁੱਖ ਤੇ ਸੁੱਖ ਦੇ ਜਿਹੜੇ ਭੋਗ ਨੇ ਨਾ, ਉਹਨਾਂ ਨੂੰ ਆਪੇ ਹੀ ਉਹ ਭੁਗਾਉਂਦਾ ਹੈ ਵੀ ਲੈ ਭਾਈ ਭੋਗ, ਇਹ ਦੁੱਖ ਤੈਨੂੰ ਹੁਣ ਭੋਗਣਾ ਪੈਣਾ, ਇਹ ਸੁੱਖ ਤੈਨੂੰ ਭੋਗਣਾ ਪੈਣਾ ਹੈ। ਪਾਤਸ਼ਾਹ ਕਹਿਣ ਲੱਗੇ ਗੁਰਮੁਖ ਸੋ ਅਨਰਾਗਾ, ਜਿਹੜੇ ਗੁਰਮੁਖ ਨੇ ਉਹ ਤੇ ਪ੍ਰੇਮੀ ਹੋ ਜਾਂਦੇ ਨਾ, ਪ੍ਰੇਮ ਦੇ ਵਿੱਚ ਪੈ ਜਾਂਦੇ। ਗੁਰਮੁਖਾਂ ਨੇ ਤੇ ਪ੍ਰੇਮ ਕੀਤਾ ਪਰਮੇਸ਼ਰ ਦੇ ਨਾਲ। ਬਾਕੀ ਗੁਰਮੁਖਾਂ ਤੋਂ ਬਿਨਾਂ ਜਿਹੜੇ ਦੂਜੇ ਦੁਨੀਆ ਦੇ ਲੋਕ ਨੇ, ਉਹ ਦੁੱਖ ਤੇ ਸੁੱਖ ਦੇ ਵਿੱਚ ਪਏ ਹੋਏ ਕਈ ਤਰ੍ਹਾਂ ਦੇ ਸੰਕਟ ਲੈਂਦੇ ਹਨ। ਹਰ ਰਸ ਉਪਰ ਔਰ ਕਿਆ ਕਹੀਐ, ਜਿਨ ਪੀਆ ਸੋ ਤ੍ਰਿਪਤਾਗਾ। ਪਰਮਾਤਮਾ ਦੇ ਨਾਮ ਦੇ ਰਸ ਤੋਂ ਉੱਪਰ ਕੋਈ ਦੁਨੀਆ ਦਾ ਰਸ ਹੈ ਹੀ ਨਹੀਂ। ਅਸੀਂ ਸੋਚਦੇ ਹਾਂ ਵੀ ਸਾਨੂੰ ਜਿਹੜਾ ਸਵਾਦ ਆਇਆ ਕਿਸੇ ਨੂੰ ਨਹੀਂ ਆਇਆ। ਤੁਸੀਂ ਜ਼ਿੰਦਗੀ ਵਿੱਚ ਤਜਰਬਾ ਕਰਕੇ ਵੇਖ ਲਓ, ਨਵਾਂ ਕੱਪੜਾ ਲੈ ਕੇ ਆਇਆ ਨਾ ਘਰ ਦੇ ਵਿੱਚ, ਨਵਾਂ ਸੂਟ, ਨਵੀਂ ਵਰਦੀ, ਅੱਜ ਪਾਇਆ ਤੇ ਬੜੀ ਖੁਸ਼ੀ ਹੈ, ਫੋਟੋਆਂ ਖਿੱਚਦਾ, ਦੁਨੀਆ ਨੂੰ ਵਿਖਾਉਂਦਾ, ਵੇਖੋ ਨਵਾਂ ਲੈ ਕੇ ਆਇਆ। ਜਿਹੜਾ ਸਵਾਦ ਅੱਜ ਕੱਪੜਾ ਪਾਉਣ ਦਾ ਆਇਆ, ਉਹੀ ਕੱਪੜਾ ਹੈ ਕੱਲ ਨੂੰ ਜਦੋਂ ਦੁਬਾਰਾ ਪਾਵੇਗਾ, ਉਹ ਸਵਾਦ ਨਹੀਂ ਰਹਿ ਜਾਣਾ, ਉਹ ਨਜ਼ਾਰਾ ਨਹੀਂ ਰਹਿ ਜਾਣਾ, ਫਿੱਕਾ ਪੈ ਗਿਆ ਨਾ। ਅੱਜ ਸਵਾਦ ਆਇਆ, ਨਵਾਂ ਕੱਪੜਾ ਲਿਆਂਦਾ, ਪਰ ਕੱਲ ਨੂੰ ਨਹੀਂ। ਅੱਜ ਨਵੀਂ ਜੁੱਤੀ ਲਿਆਂਦੀ ਹੈ, ਦੁਨੀਆ ਨੂੰ ਵਿਖਾਉਂਦਾ ਪਿਆ ਇੰਨੇ ਦੀ ਆਈ ਹੈ, ਬੜੀ ਚੰਗੀ ਹੈ, ਕੱਲ ਨੂੰ ਉਸੇ ਜੁੱਤੀ ਤੇ ਮਿੱਟੀ ਪਈ ਹੈ, ਉਹਨੂੰ ਉਹਦੇ ਵੱਲ ਵੇਖਦਾ ਨਹੀਂ ਪਿਆ।
ਨਵੀਂ ਗੱਡੀ ਲੈ ਕੇ ਆਉਂਦਾ, ਬੜਾ ਕੱਪੜਾ ਮਾਰਦਾ, ਮੱਖੀ ਨਹੀਂ ਬਹਿਣ ਦਿੰਦਾ, ਦੁਨੀਆ ਨੂੰ ਦੱਸਦਾ ਆ ਵੇਖੋ ਮੈਨੂੰ ਮਿਲੀ ਹੈ, ਬੜਾ ਸਵਾਦ ਲੈਂਦਾ। ਥੋੜ੍ਹੇ ਚਿਰ ਬਾਅਦ ਘਰ ਦੇ ਕਿਹੜੇ ਕੋਨੇ 'ਚ ਲੱਗੀ ਹੈ ਕੋਈ ਪਤਾ ਨਹੀਂ, ਉਹ ਸਵਾਦ ਨਹੀਂ ਨਾ ਰਹਿ ਗਿਆ। ਦੁਨੀਆ ਦੇ ਸਵਾਦ ਥੋੜ੍ਹੇ ਚਿਰ ਵਾਸਤੇ ਨੇ, ਇੱਕ ਦਿਨ ਆਵੇਗਾ ਦੂਜੇ ਦਿਨ ਫਿੱਕਾ ਪੈ ਜਾਏਗਾ। ਇੱਕ ਦਿਨ ਚੀਜ਼ ਕੋਈ ਬੜੀ ਖੁਸ਼ ਹੋ ਕੇ ਖਾਧੀ ਹੈ, ਬੜਾ ਸਵਾਦ ਆਇਆ, ਪਹਿਲੀ ਬੁਰਕੀ ਪਾਈ ਤੇ ਸਵਾਦ ਆਇਆ, ਕਹਿੰਦਾ ਹੋਰ ਪਾ ਹੋਰ ਪਾ, ਜਦੋਂ ਰੱਜ ਗਿਆ ਉਹ ਚੀਜ਼ ਸਵਾਦ ਲੱਗਣੋਂ ਹਟ ਗਈ ਹੈ। ਦੁਨੀਆ ਦੇ ਰਸ ਇਹੋ ਜਿਹੇ ਨੇ, ਇੱਕ ਵਾਰੀ ਸ਼ੁਰੂ ਹੋ ਗਿਆ ਤੇ ਆ ਗਿਆ, ਮੁੜ ਕੇ ਫਿੱਕਾ ਪੈ ਗਿਆ। ਪਰ ਭਲਿਆ ਪਰਮਾਤਮਾ ਦੇ ਨਾਮ ਦਾ ਰਸ ਇਹੋ ਜਿਹਾ, ਜੇ ਅੱਜ ਜਿੰਨਾ ਆਇਆ ਨਾ, ਜੇ ਅੱਜ 5% ਸਵਾਦ ਆਇਆ ਨਾ ਤੈਨੂੰ ਨਾਮ ਦਾ, ਤੇ ਕੱਲ੍ਹ ਨੂੰ ਉਹ 4% ਨਹੀਂ ਹੋਣਾ, ਕੱਲ੍ਹ ਨੂੰ ਉਹ 10% ਹੋ ਜਾਣਾ, ਕੱਲ੍ਹ ਨੂੰ ਵਧੇਗਾ। ਦੁਨੀਆ ਦੇ ਸਵਾਦ ਘਟਦੇ ਨੇ, ਪਰਮਾਤਮਾ ਦੇ ਨਾਮ ਦਾ ਸਵਾਦ ਵੱਧਦਾ ਹੈ। ਪਾਤਸ਼ਾਹ ਕਹਿਣ ਲੱਗੇ ਹਰ ਰਸ ਉੱਪਰ ਅਵਰ ਕਿਆ ਕਹੀ ਹੈ, ਰੱਬ ਦੇ ਨਾਮ ਦੇ ਸਵਾਦ ਦੇ ਉੱਪਰ ਦੂਜੀ ਗੱਲ ਕਹੀ ਕੋਈ ਨਹੀਂ ਜਾ ਸਕਦੀ ਹੈ, ਦੂਜਾ ਕੋਈ ਸਵਾਦ ਉਹਦੇ ਮੁਤਾਬਕ ਹੈ ਹੀ ਨਹੀਂ। ਜਿਨ ਪੀਆ ਸੋ ਤ੍ਰਿਪਤਾਗਾ, ਜਿਨ੍ਹਾਂ ਨੇ ਨਾਮ ਦਾ ਰਸ ਪੀਤਾ ਉਹ ਤ੍ਰਿਪਤ ਹੋ ਗਏ, ਦੁਨੀਆ ਵੱਲੋਂ ਰੱਜ ਗਏ। ਕਹਿਣ ਲੱਗੇ ਹੁਣ ਦੁਨੀਆ ਦੇ ਸਵਾਦ ਸਾਨੂੰ ਚਾਹੀਦੇ ਹੀ ਨਹੀਂ, ਅਸੀਂ ਸਵਾਦ ਲਵਾਂਗੇ ਤੇ ਇਹ ਨਹੀਂ ਕਵਾਂਗੇ ਵੀ ਅੱਜ ਮੈਂ ਕੱਪੜਾ ਪਾ ਲਿਆ ਮੈਨੂੰ ਸਵਾਦ ਆ ਗਿਆ, ਮੈਨੂੰ ਨਵੇਂ ਕੱਪੜੇ ਦੀ ਲੋੜ ਹੀ ਨਹੀਂ ਹੈ। ਸਾਨੂੰ ਸਵਾਦ ਪਿਆ ਹੋਇਆ, ਅਸੀਂ ਕੱਲ੍ਹ ਨੂੰ ਫਿਰ ਨਵਾਂ ਲਿਆਵਾਂਗੇ। ਅੱਜ ਨਵੀਂ ਜੁੱਤੀ ਨਵੀਂ ਗੱਡੀ ਲਿਆਂਦੀ ਹੈ, ਸਵਾਦ ਪਿਆ, ਕੱਲ੍ਹ ਨੂੰ ਫਿਰ ਨਵੀਂ ਲਿਆਵਾਂਗੇ, ਆਖਾਂਗੇ ਪਹਿਲੀ ਦਾ ਸਵਾਦ ਖਤਮ ਹੋ ਗਿਆ, ਸਾਨੂੰ ਹੋਰ ਨਵੀਂ ਚਾਹੀਦੀ ਹੈ। ਪਰਮਾਤਮਾ ਦੇ ਨਾਮ ਦਾ ਸਵਾਦ ਇਹੋ ਜਿਹਾ, ਜਿਹਨੇ ਉਹ ਸਵਾਦ ਚੱਖ ਲਿਆ ਉਹ ਕਹੇਗਾ ਮੈਨੂੰ ਦੁਨੀਆ ਦੇ ਸਵਾਦਾਂ ਦੀ ਲੋੜ ਹੀ ਨਹੀਂ, ਮੈਂ ਤੇ ਤ੍ਰਿਪਤ ਹੋ ਗਿਆ, ਸਦਾ ਵਾਸਤੇ ਰੱਜ ਗਿਆ, ਹੁਣ ਮੈਨੂੰ ਕਿਸੇ ਚੀਜ਼ ਦੀ ਭੁੱਖ ਨਹੀਂ ਹੈ। ਮਾਇਆ ਮੋਹਤ ਜਿਨ ਇਹੋ ਰਸ ਖੋਇਆ, ਜਾਂ ਸਾਕਤ ਦੁਰਮਤ ਲਾਗਾ। ਮਾਇਆ ਵਿੱਚ ਪੈ ਜਾਂਦੇ, ਮਾਇਆ ਦੇ ਮੋਹ ਵਿੱਚ, ਉਹਨਾਂ ਨੇ ਨਾਮ ਦਾ ਸਵਾਦ ਗਵਾ ਲਿਆ। ਕਈ ਵਾਰੀ ਕੀ ਹੁੰਦਾ ਕਿ ਸਾਨੂੰ ਥੋੜ੍ਹਾ ਬਹੁਤਾ ਰਸ ਆਉਣ ਲੱਗ ਪੈਂਦਾ, ਥੋੜ੍ਹੀ ਜੀ ਸਾਡੀ ਗੱਡੀ ਚੱਲ ਪੈਂਦੀ ਹੈ ਰੱਬ ਵਾਲੇ ਪਾਸੇ, ਇੰਨੇ ਚਿਰ ਨੂੰ ਰੱਬ ਸਾਡੇ ਵੱਲੇ ਸੁੱਟ ਦਿੰਦਾ ਕੋਈ ਟੁਕੜਾ ਮਾਇਆ ਦਾ। ਕਹਿਣ ਲੱਗੇ ਉਹ ਮਾਇਆ ਦੇ ਟੁਕੜੇ ਵਿੱਚ ਲੱਗ ਗਿਆ, ਉਹ ਜਿਹੜਾ ਮੰਜ਼ਲ ਤੋਂ ਤੁਰਿਆ ਜਾਂਦਾ ਉਹ ਵਿੱਚ ਹੀ ਰਹਿ ਗਈ। ਕੀੜੀਆਂ ਜਾਂਦੀਆਂ ਨਾ ਰਾਹ ਦੇ ਉੱਪਰ, ਭੱਜੀਆਂ ਜਾਂਦੀਆਂ ਆਪਣੀ ਮੰਜ਼ਲ 'ਤੇ ਜਾਣ ਨੂੰ, ਰਸਤੇ ਵਿੱਚ ਕਿਸੇ ਨੇ ਅੰਨ ਦੀ ਬੁਰਕੀ ਸੁੱਟ ਦਿੱਤੀ, ਮਿੱਠੇ ਦੀ ਕੋਈ ਢੇਲੀ ਸੁੱਟ ਦਿੱਤੀ, ਉਹ ਕੀੜੀਆਂ ਰਾਹ ਆਪਣਾ ਛੱਡ ਕੇ ਮਿੱਠੇ ਨੂੰ ਖਾਣ ਲੱਗ ਪਈਆਂ, ਮੰਜ਼ਿਲ 'ਤੇ ਨਹੀਂ ਪਹੁੰਚੀਆਂ, ਉੱਥੇ ਹੀ ਰੁਕ ਗਈਆਂ। ਪਾਤਸ਼ਾਹ ਕਹਿੰਦੇ ਸੁਭਾਗ ਤੇਰਾ ਕੀੜੀ ਵਰਗਾ ਹੀ ਹੈ, ਥੋੜ੍ਹਾ ਜਿਹਾ ਤੁਰਿਆ ਰੱਬ ਵਾਲੇ ਪਾਸੇ, ਥੋੜ੍ਹੀ ਜਿਹੀ ਬੰਦਗੀ ਕੀਤੀ, ਥੋੜ੍ਹਾ ਜਿਹਾ ਸਵਾਦ ਆਉਣ ਲੱਗਾ, ਰੱਬ ਨੇ ਸੁੱਟਿਆ ਕੋਈ ਨਾ ਕੋਈ ਪਦਾਰਥ, ਉੱਥੇ ਹੀ ਫਸ ਗਿਆ, ਗਾਂ ਤੁਰਿਆ ਹੀ ਨਹੀਂ। ਮਹਾਰਾਜ ਫਰਮਾਉਂਦੇ, ਕਹਿਣ ਲੱਗੇ ਭਾਈ ਸੋ ਮਾਇਆ ਜਿਹੜੀ ਹੈ ਨਾ ਉਹਦੇ ਵਿੱਚ ਮੋਹਿਆ ਹੋਇਆ ਇਹ ਬੰਦਾ, ਇਹੋ ਰਸ ਖੋਇਆ, ਇਹਨੇ ਆਪਣਾ ਰਸ ਸਵਾਦ ਨਾਮ ਦਾ ਗਵਾ ਦਿੱਤਾ। ਜਾਂ ਸਾਕਤ ਦੁਰਮਤ ਲਾਗਾ, ਸਾਕਤ ਜਿਹੜੇ ਨੇ ਦੁਰਮਤੀਏ ਖੋਟੀ ਮਤ ਵਾਲੇ, ਉਹ ਮਾੜੇ ਕੰਮਾਂ ਵਾਲੇ ਪਾਸੇ ਲੱਗ ਜਾਂਦੇ ਹਨ। ਮਨ ਕਾ ਜਿਉ ਪਵਨ ਪਤ ਦੇਹੀ, ਦੇਹੀ ਮੈਂ ਦਿਓ ਸੁਮਾਗਾ। ਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਮਨ ਦਾ ਆਸਰਾ ਕੀ ਹੈ? ਜਿਉ, ਜਿਉ ਕਹੀਏ ਪਵਨ, ਮਨ ਦਾ ਆਸਰਾ ਪਵਨ ਹੈ, ਤੇ ਪਵਨ ਪਤ, ਤੇ ਪਵਨ ਦਾ ਆਸਰਾ